किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। छेवें कांड का 6वां भाग सर्ब सांझा उपदेश। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। सारिਆਂ ਨੂੰ ਸਾਂਝਾ ਉਪਦੇਸ਼ ਦੇਣ ਦੀ ਗੱਲ ਕਰਨ ਵਾਲਾ ਸਤਿਗੁਰੂ ਸਿੱਖ ਬਣਾਉਣ ਲਈ ਵਿਖਾਵੇ ਵਾਲੀ ਕੋਈ ਸ਼ਰਤ ਕਿਉਂ ਲਵੇ। ਸਿੱਖੀ ਤਾਂ ਮਨ ਨੇ ਗ੍ਰਹਿਣ ਕਰਨੀ ਹੈ। ਮਨ ਦਾ ਸੌਦਾ ਮਨ ਨਾਲ ਹੋਣਾ ਹੁੰਦਾ ਹੈ। ਮਨ ਦੇ ਰਾਮ ਲਿਆ ਹੈ ਮੋਲ। ਪੰਨਾ 327। ਜੇ ਮਨੁੱਖ ਦਾ ਮਨ ਬਾਹਰ ਭਟਕ ਰਿਹਾ ਹੋਵੇ ਤਾਂ ਸਤਿਗੁਰਾਂ ਨੇ ਸਰੀਰ ਕਰਕੇ ਸਾਹਮਣੇ ਬੈਠੇ ਮਨੁੱਖ ਨੂੰ ਆਪਣੇ ਨੇੜੇ ਬੈਠਾ ਨਹੀਂ ਮੰਨਿਆ। ਗੁਰਸਭਾ ਏਮ ਨਾ ਪਾਈਐ, ਨਾ ਨੇੜਾ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਪੰਨਾ 84। ਮਨ ਨਾ ਮੰਨਦਾ ਹੋਵੇ ਤਾਂ ਨਾ ਚਰਨਾਮ੍ਰਿਤ ਪੀਤੀ ਦਾ ਕੋਈ ਅਰਥ ਹੈ ਅਤੇ ਨਾ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਹੀ ਕੋਈ ਲਾਭ ਰਹਿ ਜਾਂਦਾ। ਮਨ ਦਾ ਰਿਸ਼ਤਾ ਕਿਸੇ ਹੱਦ ਬੰਨੇ ਦਾ ਮੁਹਤਾਜ ਨਹੀਂ ਹੈ। ਹਜ਼ਾਰਾਂ ਮੀਲਾਂ 'ਤੇ ਬੈਠੇ ਮਨੁੱਖ ਨੇ ਕਿਸੇ ਮਹਾਂਪੁਰਖ ਦੇ ਗੁਣਾਂ ਭਰਪੂਰ ਕੋਈ ਬਚਨ ਰੇਡੀਓ ਰਾਹੀਂ ਸੁਣੇ ਤਾਂ ਮਨ ਮੋਹਿਤ ਹੋ ਗਿਆ। ਉੱਥੇ ਬੈਠਾ ਹੀ ਅਜਿਹਾ ਮਨੁੱਖ ਉਸ ਮਹਾਂਪੁਰਖ ਦਾ ਗੁਲਾਮ ਹੋ ਗਿਆ। ਪਰਮਾਤਮਾ, ਸ਼ਬਦ, ਗੁਰੂ ਅਤੇ ਮਨ ਤਿੰਨੇ ਹੀ ਅਦ੍ਰਿਸ਼ਟ ਹਨ। ਪ੍ਰੇਮ ਦੇ ਸੌਦੇ ਅੱਖੀਆਂ ਨਾਲ ਵੇਖੇ ਜਾਣ ਵਾਲੇ ਵਿਸ਼ੇ ਨਹੀਂ ਹਨ। ਮਨ ਦਾ ਮਨ ਨਾਲ ਹੁੰਦਾ ਸੌਦਾ ਅੱਜ ਤੱਕ ਕਦੇ ਕਿਸੇ ਨੇ ਨਹੀਂ ਵੇਖਿਆ। ਅਦ੍ਰਿਸ਼ਟ ਦੁਨੀਆ ਵਿੱਚ ਸਾਰੇ ਵਿਹਾਰ ਅਦ੍ਰਿਸ਼ਟ ਹੀ ਹੋ ਰਹੇ ਹਨ। ਜਿਵੇਂ ਮਨ ਕਿਸੇ ਹੱਦ ਬੰਨੇ ਦਾ ਮੁਹਤਾਜ ਨਹੀਂ, ਇਸੇ ਤਰ੍ਹਾਂ ਮੇਰੇ ਸਤਿਗੁਰ ਦਾ ਉਪਦੇਸ਼ ਵੀ ਕਿਸੇ ਹੱਦ ਬੰਨੇ ਵਿੱਚ ਸੀਮਤ ਨਹੀਂ ਹੈ। ਅਸੀਮ ਵਜੂਦ ਵਾਲੇ ਸਤਿਗੁਰਾਂ ਦੇ ਉਪਦੇਸ਼ ਦਾ ਘੇਰਾ ਵੀ ਸਰਬ ਸਾਂਝਾ ਅਤੇ ਅਸੀਮ ਹੀ ਹੈ। ਆਓ ਸਤਿਗੁਰਾਂ ਦੇ ਸਰਬ ਸਾਂਝੇ ਉਪਦੇਸ਼ ਵਾਲੇ ਫਰਮਾਨ ਦ੍ਰਿੜ ਕਰ ਲਈਏ। ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਗੁਰਮੁਖਾਂ ਨੇ ਸਤਿਗੁਰਾਂ ਦਾ ਇਹ ਫਰਮਾਨ ਵੀ ਜ਼ਰੂਰ ਪੜ੍ਹਿਆ ਹੁੰਦਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਧਾਰੈ, ਪਸ਼ ਪ੍ਰੇਤ ਮੁਗਧ ਪਾਥਰ ਕੋ ਤਾਰੈ। ਪੰਨਾ 274। ਅਰਥ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਚਾਰੇ ਹੀ ਜਾਤੀਆਂ ਵਿੱਚੋਂ ਕੋਈ ਵੀ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਵੇਖ ਲਏ। ਨਾਮ ਹੋਰ ਸਭ ਮੰਤਰਾਂ ਦਾ ਮੁੱਢ ਮੰਤਰ ਹੈ ਅਤੇ ਸਭ ਦਾ ਗਿਆਨ ਦਾਤਾ ਹੈ। ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਆਤਮਿਕ ਜ਼ਿੰਦਗੀ ਬਣ ਜਾਂਦੀ ਹੈ। ਪਰ ਕੋਈ ਵਿਰਲਾ ਮਨੁੱਖ ਸਾਧ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਰਹਿ ਕੇ ਇਸ ਨੂੰ ਹਾਸਲ ਕਰਦਾ ਹੈ। ਜੇ ਪ੍ਰਭੂ ਕਿਰਪਾ ਕਰਕੇ ਉਸ ਦੇ ਹਿਰਦੇ ਵਿੱਚ ਨਾਮ ਟਿਕਾ ਦੇਵੇ ਤਾਂ ਪਸ਼ੂ ਦੀ ਮੱਤ ਵਾਲਾ ਚੰਦਰੀ ਰੂਹ ਪੱਥਰ ਦਿਲ ਕੋਈ ਵੀ ਹੋਵੇ ਉਸ ਨੂੰ ਨਾਮ ਤਾਰ ਦਿੰਦਾ ਹੈ। ਪੰਚਮ ਪਾਤਸ਼ਾਹ ਜੀ ਨੇ ਆਪਣੇ ਇਸ ਫਰਮਾਨ ਵਿੱਚ ਇਸ਼ਾਰਾ ਤੱਕ ਨਹੀਂ ਕੀਤਾ ਕਿ ਉਹਨਾਂ ਦਾ ਇਹ ਉਪਦੇਸ਼ ਉਸ ਲਈ ਨਹੀਂ ਹੈ ਜਿਸ ਨੇ ਉਹਨਾਂ ਦੇ ਚਰਨ ਧੋ ਕੇ ਨਹੀਂ ਪੀਤੇ। ਅਕਾਲ ਪੁਰਖ ਲਈ ਜਿਵੇਂ ਸਾਰੀਆਂ ਜਾਤਾਂ ਗੋਤਾਂ ਅਥਵਾ ਧਰਮਾਂ ਦੇ ਮਨੁੱਖ ਇੱਕੋ ਜਿਹੇ ਹਨ, ਉਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਲਈ ਸੰਸਾਰ ਦੇ ਸਾਰੇ ਜੀਵ ਇੱਕ ਸਮਾਨ ਹਨ। ਉਹਨਾਂ ਦਾ ਉਪਦੇਸ਼ ਠੱਗੀਆਂ ਮਾਰਨ ਵਾਲੇ ਕਾਤਲ ਸੱਜਣ ਲਈ ਅਤੇ ਧਰਮ ਆਤਮਾ ਬਾਬਾ ਬੁੱਢਾ ਜੀ ਸਰਬੱਤ ਦੇ ਭਲੇ ਲਈ ਇੱਕ ਸਮਾਨ ਹੈ। ਸਤਿਗੁਰਾਂ ਦੇ ਉਪਦੇਸ਼ ਨੂੰ ਕੋਈ ਗ੍ਰਹਿਣ ਕਿਵੇਂ ਕਰਦਾ ਹੈ, ਪਿਛਲੇ ਬਣੇ ਸੰਸਕਾਰਾਂ ਦੇ ਆਧਾਰ 'ਤੇ ਬਣੀ ਆਪੋ ਆਪਣੀ ਰੁਚੀ ਅਤੇ ਲਗਨ ਹੁੰਦੀ ਹੈ ਜੋ ਕਿਸੇ ਨੂੰ ਅਸਮਾਨੀ ਲੈ ਚੜ੍ਹਦੀ ਹੈ ਅਤੇ ਕੋਈ ਪ੍ਰਭੂ ਦੇ ਦੇਸ਼ ਵੱਲ ਨੂੰ ਜਾਂਦੇ ਰਾਹ 'ਤੇ ਮਸਾਂ ਤੁਰਨਾ ਹੀ ਸਿੱਖ ਸਕਦਾ ਹੈ। ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਿਮਰਨ ਬਹੁ ਮਹੇ ਅਕੇਲਾ, ਜਾਤ ਆਜ਼ਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ। ਪੰਨਾ 1150। ਅਰਥ ਜਿਹੜਾ ਵੀ ਸਮਾਂ ਸਿਮਰਨ ਵਿੱਚ ਗੁਜ਼ਾਰਿਆ ਜਾਏ ਉਹੀ ਚੰਗਾ। ਹਰੇਕ ਸਮਾਂ ਸਿਮਰਨ ਵਾਸਤੇ ਢੁਕਵਾਂ ਹੈ, ਪਰ ਅਨੇਕਾਂ ਵਿੱਚੋਂ ਕੋਈ ਵਿਰਲਾ ਮਨੁੱਖ ਹੀ ਹਰ ਨਾਮ ਦਾ ਸਿਮਰਨ ਕਰਦਾ ਹੈ। ਉੱਚੀ ਜਾਤ ਦਾ ਹੋਵੇ ਚਾਹੇ ਨੀਵੀਂ ਜਾਤ ਦਾ ਹੋਵੇ, ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਉਸ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ, ਜੋ ਹਰ ਧਿਆਵੈ ਸੋ ਪ੍ਰਧਾਨ, ਜਿਉ ਚੰਦਨ ਨਿਕਟ ਵਸੈ ਅਰਿੰਡ ਬਪੁੜਾ, ਤਿਉ ਸਤ ਸੰਗਤ ਮਿਲ ਪਤਤ ਪਰਵਾਨ। ਪੰਨਾ 861। ਅਰਥ हे ਮਨ,
ਸਾਡੇ ਦੇਸ਼ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ 4 ਪ੍ਰਸਿੱਧ ਵਰਨ ਹਨ। ਬ੍ਰਹਮਚਰਜ, ਗ੍ਰਸਥ, ਵਾਨਪ੍ਰਸਥ, ਸੰਨਿਆਸ 4 ਆਸ਼ਰਮ ਪ੍ਰਸਿੱਧ ਹਨ। ਇਹਨਾਂ ਵਿੱਚੋਂ ਜਿਹੜਾ ਵੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਸਭ ਤੋਂ ਸ੍ਰੇਸ਼ਟ ਹੈ। ਜਿਵੇਂ ਚੰਦਨ ਦੇ ਨੇੜੇ ਵਿਚਾਰਾ ਹਰਿੰਡ ਵਸਦਾ ਹੈ ਤੇ ਸੁਗੰਧਿਤ ਹੋ ਜਾਂਦਾ ਹੈ, ਤਿਵੇਂ ਸਾਧ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਵਿਚਾਰ ਵਾਲੀ ਸੰਗਤ ਵਿੱਚ ਮਿਲ ਕੇ ਵਿਕਾਰੀ ਵੀ ਪਵਿੱਤਰ ਹੋ ਕੇ ਕਬੂਲ ਹੋ ਜਾਂਦੇ ਹਨ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨ ਦੂਜਾ ਕੋਈ ਜੀਓ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜੀਓ। ਪੰਨਾ 598। ਅਰਥ, ਜਿਹੜਾ ਪ੍ਰਭੂ ਤੇਰੇ ਅੰਦਰ ਵਸਦਾ ਹੈ ਉਸ ਨੂੰ ਬਾਹਰ ਸਾਰੀ ਕੁਦਰਤ ਵਿੱਚ ਵੇਖ, ਉਸ ਤੋਂ ਬਿਨਾਂ ਕੁਦਰਤ ਵਿੱਚ ਹੋਰ ਕੋਈ ਨਹੀਂ ਹੈ। ਗੁਰੂ ਦੇ ਦੱਸੇ ਰਾਹ 'ਤੇ ਤੁਰ ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ, ਫਿਰ ਤੈਨੂੰ ਦਿਸ ਪਏਗਾ ਕਿ ਹਰੇਕ ਸਰੀਰ ਵਿੱਚ ਪਰਮਾਤਮਾ ਦੀ ਹੀ ਜੋਤ ਮੌਜੂਦ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰਾ ਅਖੁੱਟ ਭੰਡਾਰਾ। ਜਿਸ ਤੂੰ ਦੇਹ ਸੋ ਤ੍ਰਿਪਤ ਆਗਾਵੇ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੂਠਾ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਪਵਾਹੇ। ਨਾਨਕ ਦਾਸ ਤੇਰਾ ਬਲਿਹਾਰੈ, ਸਭ ਤੇਰਾ ਖੇਲ ਦਸਹਰਾ ਜੀਓ। ਪੰਨਾ 97। ਅਰਥ, ਹੇ ਦਾਤਾਰ, ਤੂੰ ਸਾਡਾ ਸਭਨਾ ਜੀਵਾਂ ਦਾ ਪਿਓ ਹੈ ਤੇ ਸਭ ਨੂੰ ਹੀ ਦਾਤਾਂ ਬਖਸ਼ਦਾ ਹੈ। ਤੇਰੇ ਘਰ ਵਿੱਚ ਜਗਤ ਦੇ ਸਾਰੇ 9 ਹੀ ਖਜ਼ਾਨੇ ਮੌਜੂਦ ਹਨ। ਤੇਰੇ ਖਜ਼ਾਨਿਆਂ ਵਿੱਚ ਕਦੇ ਟੂਟ ਨਹੀਂ ਆਉਂਦੀ, ਪਰ ਜਿਸ ਨੂੰ ਤੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਦੁਨੀਆ ਦੇ ਪਦਾਰਥਾਂ ਵੱਲੋਂ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ ਤੇ ਹੇ ਪ੍ਰਭੂ, ਉਹੀ ਤੇਰਾ ਭਗਤ ਅਖਵਾ ਸਕਦਾ ਹੈ। ਹੇ ਦਾਤਾਰ, ਹਰੇਕ ਜੀਵ ਤੇਰੀ ਬਖਸ਼ਿਸ਼ ਦੀ ਆਸ ਰੱਖੀ ਬੈਠਾ ਹੈ। ਹਰੇਕ ਸਰੀਰ ਵਿੱਚ ਤੂੰ ਆਪ ਵਸ ਰਿਹਾ। ਦੁਨੀਆ ਦੇ ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਹਨ। ਕੋਈ ਐਸਾ ਨਹੀਂ ਦਿਸਦਾ ਜੋ ਤੈਥੋਂ ਵੱਖਰਾ ਹੋਵੇ, ਜਿਸ ਵਿੱਚ ਤੂੰ ਨਾ ਹੋਵੇਂ। ਹੇ ਦਾਤਾਰ, ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸ਼ਰਨ ਪਾ ਕੇ ਮਾਇਆ ਤੇ ਬੰਧਨਾਂ ਤੋਂ ਛੁਡਾ ਦਿੰਦਾ ਹੈ। ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿੱਚ ਭਵਾਉਂਦਾ ਹੈ। ਗੁਰਦੇਵ ਜੀ ਫਰਮਾਨ ਕਰਦੇ ਹਨ, ਹੇ ਪ੍ਰਭੂ, ਮੈਂ ਤੈਥੋਂ ਕੁਰਬਾਨ ਹਾਂ। ਇਹ ਸਾਰੀ ਜਗਤ ਰਚਨਾ ਤੇਰਾ ਪ੍ਰਤੱਖ ਤਮਾਸ਼ਾ ਹੈ। ਸਤਿਗੁਰਾਂ ਦੇ ਇਸ ਸਿਧਾਂਤ ਨੂੰ ਸਮਝ ਲੈਣ ਵਾਲੇ ਪਾਠਕ ਇਹ ਕਿਵੇਂ ਸੋਚ ਸਕਦੇ ਹਨ ਕਿ ਸਤਿਗੁਰਾਂ ਦਾ ਉਪਦੇਸ਼ ਕੇਵਲ ਉਹਨਾਂ ਲਈ ਹੀ ਸੀ ਜਿਹੜੇ ਪਹਿਲਾਂ ਗੁਰਦੇਵ ਜੀ ਦੇ ਚਰਨ ਧੋ ਕੇ ਪੀ ਲੈਂਦੇ ਸਨ, ਕਿ ਅੱਜ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀ ਸੋਝੀ ਕੇਵਲ ਉਹਨਾਂ ਨੂੰ ਹੀ ਆਉਂਦੀ ਹੈ ਜਿਹੜੇ ਕਿਸੇ ਖਾਸ ਵਿਧੀ ਵਿਧਾਨ ਦੁਆਰਾ ਉਹਨਾਂ ਨੂੰ ਗੁਰੂ ਧਾਰ ਲੈਂਦੇ ਹਨ। ਗਿਆਨ ਦੇਣ ਲਈ ਕੋਈ ਸ਼ਰਤ ਲੱਗ ਜਾਣ 'ਤੇ ਉਪਦੇਸ਼ ਸਰਬ ਸਾਂਝਾ ਨਹੀਂ ਰਹਿ ਜਾਂਦਾ। ਸੋ ਇਹ ਕਹਿਣਾ ਵੀ ਮਨਮਤ ਹੈ ਕਿ ਜਿੰਨਾ ਚਿਰ ਖੰਡੇ ਬਾਟੇ ਦਾ ਅੰਮ੍ਰਿਤ ਨਾ ਛਕਿਆ ਜਾਵੇ ਉਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗਿਆਨ ਦੀ ਬਖਸ਼ਿਸ਼ ਨਹੀਂ ਕਰਦੇ। ਗੁਰਬਾਣੀ ਪੜ੍ਹ ਕੇ ਕਈ ਅੰਗਰੇਜ਼ਾਂ ਨੇ ਗੁਰਮਤਿ ਬਾਰੇ ਬੜੇ ਠੀਕ ਵਿਚਾਰ ਲਿਖੇ। ਸਵਾਮੀ ਰਾਮ ਤੀਰਥ ਜੀ ਸੰਨਿਆਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰਾਪਤ ਹੋਏ ਗਿਆਨ ਤੋਂ ਏਡੇ ਪ੍ਰਭਾਵਿਤ ਹੋਏ ਸਨ ਕਿ ਉਹਨਾਂ ਨੇ ਕੇਸ ਰੱਖ ਲਏ ਸਨ। ਸੋ ਗਿਆਨ ਕਿਸੇ ਸ਼ਰਤ ਦੇ ਅਧੀਨ ਨਹੀਂ ਹੈ, ਇਹ ਮਨ ਮੰਨੇ ਦਾ ਅਤੇ ਸ਼ਰਧਾ ਦਾ ਸੌਦਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਪੰਨਾ 647। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 6ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।